सतनाम वाहिगुरु साहिब जी। सलोक उस्तत कर है अनेक जन, अंत न पारावार। नानक रचना प्रभ रची, बहु विद अनेक प्रकार। वाहिगुरु जी का खालसा, वाहिगुरु जी की फतेह। परम सन्मानयोग गुरु रूप साध संगत जी, आप जी अति वडभागे हो जो सतगुरु जी की कृपा सदका सतगुरु श्री गुरु अर्जन साहिब जी महाराज जिन्हां दी उचारण की हुई पावन पवित्र बाणी श्री सुखमनी साहिब जी की विचार सतगुरां दी कृपा सदका आप जी लड़ीवार सरवण कर रहे हो। अज 10वीं अष्टपदी दे श्लोक अते अष्टपदी की आपां विचार सांझी करनी है। पहला सतगुरु जी श्लोक विच कृपा कर रहे हैं। उस्तत कर है अनेक जन, सिख दा धर्म ही उस्तत करना है। उस्तत किहदी करनी है, ये भी सतगुरु जी महाराज ने बाणी विच बख्शिश की है। सतगुरु महाराज बख्शिश करदे कहंदे उहदी उस्तत करनी जिहड़ा आद जुगाद भगतन कर राखा उस्तत कर कर जी। नाल पर गुरु साहब ने सुचेत भी किया है, प्रभ की उस्तत करो दिन रात। उस परमेश्वर अकाल पुरख की उस्तत जिहड़ी है दिन रात करनी। ते पर यह नहीं कि यदि उस्तत करके असी उहदा अंत पा सकते हाँ। अंत ना पारावार, उहदे गुण गाउणे हन, गुण गिणने नहीं हन। गुणा का गुमान नहीं करना, उस्तत ओदी करनी है। सतगुरु महाराज बख्शिश करते हैं, उस अकाल पुरख ने ही सारी रचना जिहड़ी है संसार की बनाई है और किन्ने तरीकों के नाल बनाई है। ये पूरा अष्टपदी दे विच गुरु साहब जी सानू समझाउणगे। हाँ, वो परमात्मा जिहदी भावें सारा संसार उस्तत करता रहे उन्होंने कोई फर्क नहीं पैना। जे ना करिए तो उन्होंने कोई कमी नहीं है। जे सब मिल के आखण पाहे वड्डा न होवे घाट न जाए। किन्ने गुरु साहब कहते केते आखे आखण पाए, केते कह कह उठ उठ जाए। एते कीते होर करे तां आख ना सकै कही के। ਉਹਦੀ ਉਸਤਤ नहीं हो सकती, वो बेअंत है। ते सतगुरु महाराज समझा रहे कहते उस्तत कर है अनेक जन, अंत न पारावार। नानक रचना प्रभ रची, बहु विद अनेक प्रकार। अष्टपदी कई कोट होए पुजारी। एक नहीं, गुरु महाराज कहते करोड़ा ही उसकी पूजा कर रहे हैं, करोड़ा ही कर रहे, अणगिणत ही कर रहे हैं। कोट शब्द जिहड़ा है बाणी विच किले वास्ते भी आया। लंका सा कोट समुंद सी खाई। इत्थे कोट का अर्थ है करोड़। आप जी जपजी साहब भी पढ़दे हो, ਉਹਦੇ ਵਿੱਚ भी गुरु साहब महाराज बयान करते कहते असंख जप असंख भाओ। असंख का अर्थ होंदा जिहड़ी संख्या नहीं, गिनती नहीं है। असंख जप असंख भाओ।
असंख पूजा असंख तप ताओ। ਉਹ ਅਕਾਲ ਪੁਰਖ ਦੀ ਅਣਗਿਣਤ ਪੂਜਾ ਤੇ ਅਣਗਿਣਤ ਹੀ ਪੂਜਾ ਕਰਨ ਵਾਲੇ ਹਨ। ਕਰੋੜਾਂ ਹੀ ਸਤਿਗੁਰੂ ਕਹਿੰਦੇ ਉਹਦੀ ਪੂਜਾ ਕਰ ਰਹੇ ਆ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਚੰਗਾ ਆਚਰਣ ਚੰਗਾ ਵਿਹਾਰ ਰੱਖ ਰਹੇ ਹਨ, ਰਸਮ ਧਾਰਮਿਕ ਕਰਦੇ ਹਨ। ਕਈ ਕੋਟ ਭੈ ਤੀਰਥ ਵਾਸੀ, ਕਈ ਤਾਂ ਹੁੰਦਾ ਨਾ ਵੀ ਤੀਰਥ ਚਲੇ ਗਏ ਵਾਪਸ ਆ ਗਏ, ਪਰ ਕਈ ਉੱਥੇ ਹੀ ਰਹਿ ਜਾਂਦੇ, ਤੀਰਥਾਂ ਦੇ ਨਿਵਾਸ ਕਰਦੇ। ਇੱਕ ਨਹੀਂ, ਗੁਰੂ ਸਾਹਿਬ ਕਹਿੰਦੇ ਕਈ ਕੋਟ, ਕਈ ਕਰੋੜਾਂ ਹੀ। ਭੈ ਤੀਰਥ ਵਾਸੀ ਕਈ ਕੋਟ, ਬਨ ਭਰਮ ਹੈ ਉਦਾਸੀ। ਬਨ ਕਹਿੰਦੇ ਜੰਗਲ, ਉਹ ਪਰਾਮ ਹੋ ਕੇ ਜੰਗਲਾਂ ਦੇ ਵਿੱਚ ਘੁੰਮਦੇ ਹਨ। ਕਈ ਕੋਟ ਵੇਦ ਕੇ ਸਰੋਤੇ, ਕਰੋੜਾਂ ਹੀ ਹਨ ਜਿਹੜੇ ਵੇਦਾਂ ਨੂੰ ਸੁਣਦੇ ਹਨ, ਸਰੋਤੇ ਹਨ। ਕਈ ਕੋਟ ਤਪੀਸੁਰ ਹੋਤੇ, ਕਰੋੜਾਂ ਹੀ ਹਨ ਜਿਹੜੇ ਤਪ ਕਰ ਰਹੇ ਹਨ। ਕਈ ਕੋਟ ਆਤਮ ਧਿਆਨ ਧਾਰ ਹੈ, ਕਰੋੜਾਂ ਹੀ ਹਨ ਜਿਹੜੇ ਅੰਦਰ ਆਤਮੇ ਪ੍ਰਮਾਤਮਾ ਦੇ ਨਾਲ ਜੁੜਨਾ ਕਰਦੇ ਹਨ। ਕਈ ਕੋਟ ਕਬ ਕਾਵ ਵਿਚਾਰ ਹੈ, ਕਬ ਕਹਿੰਦੇ ਕਵੀ, ਕਾਵ ਕਹਿੰਦੇ ਕਵਿਤਾ, ਕਵੀਆਂ ਦੀਆਂ ਰਚੀਆਂ ਹੋਈਆਂ ਕਵਿਤਾ ਨੂੰ ਪੜ੍ਹਦੇ ਹਨ, ਵਿਚਾਰਦੇ ਹਨ। ਕਈ ਕੋਟ ਨਵਤਨ ਨਾਮ ਧਿਆਵੈ, ਨਿਤ ਪ੍ਰਮਾਤਮਾ ਦਾ ਨਵਾਂ ਨਾਮ ਉਚਾਰਨ ਕਰਦੇ, ਜਿਹੜੇ ਪਿਛਲੇ ਉਚਾਰਨ ਕੀਤੇ ਅਲੱਗ ਹਨ। ਕਰੋੜਾਂ ਲੋਕ ਹਨ ਜਿਹੜੇ ਨਿਤ ਪ੍ਰਮਾਤਮਾ ਦਾ ਨਵਾਂ ਨਾਮ ਉਚਾਰਨ ਕਰਦੇ। ਕਈ ਕੋਟ ਨਵਤਨ ਨਾਮ ਧਿਆਵੈ, ਪਰ ਫਿਰ ਵੀ ਗੁਰੂ ਸਾਹਿਬ ਕਹਿੰਦੇ ਨਾਨਕ ਕਰਤੇ ਕਾ ਅੰਤ ਨ ਪਾਵੈ, ਫਿਰ ਵੀ ਅਸੀਂ ਕਰਤੇ ਦਾ ਅੰਤ ਨਹੀਂ ਪਾ ਸਕਦੇ। ਕਈ ਕੋਟ ਭਏ ਅਭਿਮਾਨੀ, ਅਣਗਿਣਤ ਹੀ ਹਨ ਜਿਹੜੇ ਹੰਕਾਰੀ ਹਨ, ਅਣਗਿਣਤ ਹੀ ਹਨ। ਆ ਜਪਜੀ ਸਾਹਿਬ ਜੀ ਪੜ੍ਹਦੇ ਆ, ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ। ਕਈ ਕੋਟ ਅਧ ਅਗਿਆਨੀ, ਕਰੋੜਾਂ ਹੀ ਹਨ ਜਿਹੜੇ ਜਾਹਿਲ ਲੋਕ ਹਨ, ਅਗਿਆਨੀ ਲੋਕ ਹਨ। ਕਈ ਕੋਟ ਕਿਰਪਣ ਕਠੋਰ, ਕਈ ਕਰੋੜਾਂ ਹੀ ਲੋਕ ਐਸੇ ਆ ਜਿਹੜੇ ਕਿਰਪਣ ਕਹਿੰਦੇ ਕੰਜੂਸ, ਕੰਜੂਸ ਵੀ ਹਨ ਤੇ ਕਠੋਰ ਵੀ ਬਹੁਤ ਹਨ। ਕਿਸੇ ਦਾ ਦੁੱਖ ਦੇਖ ਕੇ ਉਹਨਾਂ ਦਾ ਅੰਦਰ ਪਿਘਲਦਾ ਨਹੀਂ ਹੈ, ਇੰਨੇ ਅੰਦਰੋਂ ਕਠੋਰ ਹਨ, ਕੰਜੂਸ ਵੀ ਹਨ। ਕਈ ਕੋਟ ਆਪ ਭਿਗ ਆਤਮ ਨਿਕੋਰ, ਅੰਦਰੋਂ ਬਿਲਕੁਲ ਕੋਰੇ ਹਨ, ਉਹਨਾਂ ਦਾ ਅੰਦਰ ਨਹੀਂ ਭਿੱਜਦਾ, ਆਪ ਭਿਗ ਆਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹੀਰੇ, ਕਰੋੜਾਂ ਹੀ ਹਨ ਜਿਹੜੇ ਪਰਾਇਆ ਧਨ ਲੁੱਟਣ ਵਾਸਤੇ ਦੌੜੇ ਫਿਰਦੇ ਹਨ। ਕਈ ਕੋਟ ਪਰ ਦੁਖਣਾ ਕਰੇ, ਕਰੋੜਾਂ ਹੀ ਹਨ ਜਿਹੜੇ ਲੋਕਾਂ ਦੀ ਨਿੰਦਾ ਕਰ ਰਹੇ ਹਨ। ਆ ਪੜ੍ਹਦੇ ਹਾਂ, ਅਸੰਖ ਨਿੰਦਕ ਸਿਰ ਕਰ ਹੈ ਭਾਰ। ਕਈ ਕੋਟ ਮਾਇਆ ਸ਼ਰਮ ਮਾਹੇ, ਸ਼ਰਮ ਕਹਿੰਦੇ ਹਨ ਮਿਹਨਤ ਕਰਦੇ, ਮਾਇਆ ਵਾਸਤੇ ਮਿਹਨਤ ਕਰਦੇ। ਕਈ ਕੋਟ ਪਰਦੇਸ ਪਰਮਾਹੇ, ਕਈ ਕਰੋੜਾਂ ਹੀ ਆ ਜਿਹੜੇ ਪ੍ਰਦੇਸ਼ਾਂ ਵਿੱਚ ਘੁੰਮਦੇ ਫਿਰਦੇ ਆ। ਜਿਤ ਜਿਤ ਲਾਭ ਹੋ ਤਿਤ ਤਿਤ ਲੱਗਣਾ, ਹਾਂ ਇਹ ਸਤਿਗੁਰੂ ਮਹਾਰਾਜ ਮਨੁੱਖ ਦੇ ਵੱਸ ਵਿੱਚ ਨਹੀਂ ਹੈ। ਜਿੱਥੇ ਜਿੱਥੇ ਤੂੰ ਲਾਉਣਾ ਉੱਥੇ ਉੱਥੇ ਮਨੁੱਖ ਲੱਗ ਜਾਂਦੇ ਆ। ਨਾਨਕ ਕਰਤੇ ਕੀ ਜਾਣ ਹੈ, ਕਰਤਾ ਰਚਨਾ, ਉਹਦੀ ਰਚਨਾ ਨੂੰ ਕਰਤਾ ਹੀ ਜਾਣਦਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਪੁੱਜੇ ਹੋਏ ਮਹਾਂਪੁਰਸ਼ ਬਣ ਗਏ, ਸਿੱਧ ਬਣ ਗਏ। ਕਿ ਜਤੀ, ਜਤੀ ਕਹਿੰਦੇ ਜਿਹਨਾਂ ਨੇ ਸ਼ਾਦੀ ਨਹੀਂ ਕਰਾਈ, ਜੋਗੀ ਕਰੋੜਾਂ ਹੀ ਹਨ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਰੋੜਾਂ ਹੀ ਰਾਜੇ ਆ ਜਿਹੜੇ ਸਿਰਫ ਰਸ ਹੀ ਭੋਗ ਰਹੇ ਹਨ। ਇੱਕ ਰੂਮ ਦਾ ਬਾਦਸ਼ਾਹ ਸੀ, ਦਿਹਾੜੀ ਵਿੱਚ 17 ਵਾਰੀ ਖਾਂਦਾ ਸੀ। ਹਕੀਮ ਰੱਖੇ ਹੋਏ ਸਨ, ਉਹ ਚੂਰਨ ਦੀ ਪੂੜੀ ਦਿੰਦੇ ਸੀ, ਉਹ ਖਾ ਕੇ ਪੇਟ ਸਾਫ਼ ਕਰਕੇ ਫਿਰ ਖਾਣ ਬਹਿ ਜਾਂਦਾ ਸੀ। ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਰੋੜਾਂ ਹੀ ਪ੍ਰਮਾਤਮਾ ਨੇ ਪੰਖੀ ਸੱਪ ਪੈਦਾ ਕੀਤੇ। ਕਈ ਕੋਟ ਪਾਥਰ ਬਿਰਖ ਨਿਪ ਜਾਏ, ਨਿਪ ਜਾਏ ਕਹਿੰਦੇ ਹਨ ਉਗਾਏ ਹਨ ਬਿਰਖ। ਆ ਦੇਖੋ ਨਾ ਕਿੰਨੀਆਂ ਉਹਨਾਂ ਦੀਆਂ ਜਾਤੀਆਂ, ਕਿੰਨੇ ਭਾਂਤ ਦੇ ਪ੍ਰਮਾਤਮਾ ਨੇ ਦਰਖਤ ਪੈਦਾ ਕੀਤੇ ਆ, ਪੱਥਰ ਪੈਦਾ ਕੀਤੇ ਆ। ਕਈ ਕੋਟ ਪਵਨ ਪਾਣੀ ਵੈ ਸੰਤਰ, ਹਵਾ ਪਾਣੀ ਅੱਗ। ਕਈ ਕੋਟ ਦੇਸ਼ ਭੂ ਮੰਡਲ, ਇੱਕ ਟੁਕੜਾ ਨਹੀਂ ਕਹਿੰਦੇ, ਅਲੱਗ ਅਲੱਗ ਬਹੁਤ ਦੇਸ਼ ਹਨ।
कई कोट सस्यर सूर नक्षत्र चंद्रमा सूरज तारे, एक नहीं आ जिहड़ी धरती हुण उधर तारे हैं, बहुत कुछ परमात्मा ने पैदा किया है। लोकी हैरान होंदे सन। गुरु साहब जी ने कोई सानू ख्याली पलाओ नहीं दसिया, गुरु साहब ने प्रैक्टिकल करके दिखाया। साइंस हुण कह रही है, लोकी नहीं मानते सन। जिस वेले क्या ना किसी विग्यानी ने भी धरती घूमदी, कहते नहीं, उन्होंने आख्या भी तू ये गल वापस ले ला। वो कहना मैं वापस ले लांगा, माफी मंग लांगा, पर धरती घूम रही। गुरु साहब कहते ये तो हुण जिहड़े धर्मां दे लोकां ने कहता भी 7 आसमान, किसी ने कुछ आख्या, गुरु साहब महाराज कहते पाताला पाताल लख। हुण लख दे विच भी जे इहदा आपां गिनती कह देंगे लख, लख मतलब गिनती विच आ गया, मतलब असीं गिनती दस रहे। गुरु साहब कहते नहीं, लख दा अर्थ लखे नहीं जा सकता। पाताला पाताल लख, आगासां आगास, ओढ़क ओढ़क भाल तके, वेद कहन एक बात। साहब महाराज कहते बहुत कुछ है ओहदी कुदरत। कई कोट सस्यर सूर नक्षत्र, कई कोट देव दानव इंद्र सिर सत्र, देवते राक्षस इंद्र राजे जिहड़े आ उन्हां दे सिर ते छत्र झुल रहे हैं। पर सब कुछ गुरु साहब कहते सगल समागरी अपने सूत धारे, उन्हें अपने मर्यादा विच बन के रखे। नानक जिस जिस भावै तिस तिस निस्तार है। आ जिहड़ा भाउंदा परमात्मा नूं उहनूं उतार दिंदा है। कई कोट राजस तामस सातक रजो तमो ते सतो, 3 गुणां दे विच करोड़ां लोग घुमदे फिरदे। कई कोट वेद पुराण सिमरत अर शास्त्र, कि थोड़े गिनती को वेदां दी नहीं है, ग्रंथां दी गिनती पुराणां दी गिनती नहीं। गुरु साहब कहते कई कोट करोड़ां ही वेद पुराण सिमरत अर शास्त्र। कई कोट किए रतन समुंद, भी समुंदर विचों 14 रतन नहीं, गुरु साहब कहते कई रतन समुंद। कई कोट किए रतन समुंद, कई कोट नाना प्रकार जंत। नाना प्रकार किन्ने प्रकार दे जीव जंत परमात्मा ने पैदा किए। कई कोट किए चिर जीव है, जिहड़े पैदा किए किन्नी किन्नी लंबी लंबी उन्हां दी उम्र। कई चिर जीव है, क्योंकि संसार दे विच इदां दे भी छोटे छोटे जंतु आ जिन्हां दी उम्र सिर्फ 2-4 सैकंड 5 सैकंड जां 1 मिनट तक है। पैदा भी हो जाते, औलाद भी पैदा कर लेंदे ते खत्म भी हो जाते। इदां दे भी जीव जंतु हैं। कई ऐसे हैं कि इन्हां दी उम्र बहुत ज़्यादा है। कई कोट किए चिर जीव है, कई कोट गिरी, गिर कहते हैं पर्वत नूं, मेर स्वर्ण थीव है। स्वर्ण कहते हैं सोने का पर्वत, जिन्होंने आप कहते सुमेर पर्वत। गुरु महाराज कहते एक नहीं करोड़ों ही है। कई कोट गिरी मेर स्वर्ण थीव है, कई कोट जख किन्नर पसाच। जख कहते हैं देवते, किन्नर देवतियां दे रागी। पिसाच वो जिहड़ियां चीज़ां जिहड़ियां संसार दे विच गुरु महाराज उन्हां दा बयान करदे आ। कई कोट जख किन्नर पसाच, कई कोट भूत प्रेत सुकर सूर मिर्गाच, मिर्ग मिर्गां नूं खाण वाले शेर मिर्गाच। सब ते नेड़े परमात्मा सारियां दे नेड़े, सबहूं ते दूर दूर भी है। नानक आप अलपत रिहा भरपूर, वो सारियां दे विच है पर सारियां तो निर्लेप है। कई कोट पाताल के वासी, पता नहीं किन्ने करोड़ां ही पताल दे वासी है। कई कोट नरक सुरग निवासी, कई नरकां दे विच स्वर्ग भाव कोई दुखी है कोई सुखी है। कई कोट जन्म है जीव है मरे, करोड़ां ही जमदे आ मरदे आ। कई कोट वो जोनी फिरे, करोड़ां ही जोनां दे विच घुमदे फिरदे आ। कई कोट बैठत ही खाए, कईयां दे कोल इन्ना पैसा बैठे खा रहे हैं। कई कोट घाले थक पाए, कई बेचारे मेहनत कर करके थक जाते हैं, उन्होंने दे पल्ले कुछ नहीं पैंदा। मेहनत करते जिद्दां आपां रोज़ पढ़ते हैं, आपे भांडे साजी ने आपे पूरन दे, एक नी दुध समाईए, एक चूल्हे रहन चढ़े, एक निहाली पै सवण। एक तां गद्दियां ते सुत्ते पे है, एक उपर रहन खड़े, उन्होंने दे नौकर उन्होंने दे सराणे खड़े है। इस संसार की पूरी परमात्मा के हाथ दे विच है। कई कोट बैठत ही खाए, कई कोट घाले थक पाए, कई कोट घीए कीए तनवंत।
ਕਰੋੜਾਂ ਹੀ ਆ ਜਿਹੜੇ ਧਨਵਾਨ ਲੋਕ ਹਨ। ਕਈ ਕੋਟ ਮਾਇਆ ਮੈਂ ਚਿੰਤ, ਕਈ ਵਿਚਾਰੇ ਨੂੰ ਮਾਇਆ ਦੀ ਚਿੰਤਾ ਵੀ ਹੁਣ ਸ਼ਾਮੀ ਕੀ ਖਾਵਾਂਗੇ, ਸਵੇਰੇ ਕੀ ਖਾਵਾਂਗੇ। ਪਰ ਸਭ ਕਹਿੰਦੇ ਜੈ ਜੈ ਭਾਣਾ ਤਹਿ ਤਹਿ ਰਾਖੇ। ਹਾਂ, ਉਹਦੀ ਰਜਾ ਹੈ ਜਿੱਥੇ ਉਹ ਰੱਖਦਾ ਜੀਵ ਰਹਿੰਦੇ ਆ। ਨਾਨਕ ਸਭ ਕੁਝ ਪ੍ਰਭ ਕੇ ਹਾਥੇ। ਕਈ ਕੋਟ ਭੈ ਵੈਰਾਗੀ, ਕਰੋੜਾਂ ਹੀ ਆ ਜਿਹਨਾਂ ਦੇ ਅੰਦਰ ਵੈਰਾਗ ਪੈਦਾ ਹੋ ਗਿਆ, ਵੈਰਾਗੀ ਬਣ ਕੇ। ਮਹਾਤਮਾ ਬੁੱਧ ਇੱਕ ਬਜ਼ੁਰਗ ਨੂੰ ਦੇਖਦਾ ਹੈ, ਇੱਕ ਲਾਸ਼ ਨੂੰ ਦੇਖਦਾ ਹੈ, ਵਿਰਾਗ ਪੈਦਾ ਹੋ ਜਾਂਦਾ ਅੰਦਰੋਂ। ਵਿਰਾਗ ਇਹ ਨਹੀਂ ਕਿ ਕੋਈ ਗਰੀਬ ਦੇ ਅੰਦਰ ਹੀ ਵਿਰਾਗ ਪੈਦਾ ਹੋਏਗਾ ਵੀ ਗਰੀਬੀ ਕਰਕੇ ਘਰ ਛੱਡ ਗਿਆ। ਤੇ ਰਾਜਾ ਦਾ ਪੁੱਤਰ ਸੀ ਨਾ ਮਹਾਤਮਾ ਬੁੱਧ ਜਿਹੜਾ ਸੀ। ਗੁਰੂ ਸਾਹਿਬ ਕਹਿੰਦੇ ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਉਹਨਾਂ ਦੀ ਲਿਵ ਜਿਹੜੀ ਆ, ਸੁਰਤ ਜਿਹੜੀ ਆ, ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਈ। ਕਈ ਕੋਟ ਪ੍ਰਭ ਕੋ ਖੋ ਜਨਤੇ, ਕਰੋੜਾਂ ਹੀ ਆ ਜਿਹੜੇ ਪ੍ਰਮਾਤਮਾ ਨੂੰ ਲੱਭਦੇ ਫਿਰਦੇ ਆ। ਆਤਮ ਮੈਂ ਪਾਰ ਬ੍ਰਹਮ ਲਹਾਂਤੇ, ਉਹ ਫਿਰ ਆਪਣੇ ਅੰਦਰ ਹੀ ਪ੍ਰਮਾਤਮਾ ਨੂੰ ਲੱਭ ਲੈਂਦੇ ਆ। ਕਈ ਕੋਟ ਦਰਸ਼ਨ ਪ੍ਰਪਿਆਸ, ਕਰੋੜਾਂ ਹੀ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ, ਜਿਸ ਤਰ੍ਹਾਂ ਆਪ ਜੀ ਨੂੰ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ, ਜਿਹਨਾਂ ਦੇ ਅੰਦਰ ਪਿਆਸ ਹੈ। ਧਨ ਸੋ ਵੇਲਾ ਜਿਤ ਦਰਸ਼ਨ ਕਰਨ, ਅੰਦਰ ਪਿਆਸ ਹੈ। ਸਾਹਿਬ ਮਹਾਰਾਜ ਕਹਿੰਦੇ ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਨਾਸ, ਉਹਨਾਂ ਨੂੰ ਅਬਨਾਸੀ ਪ੍ਰਮਾਤਮਾ ਮਿਲ ਜਾਂਦਾ। ਕੀ ਕੋਟ ਮੰਗੇ ਸਤ ਸੰਗ, ਬਹੁਤ ਘੱਟ ਲੋਕ ਹੈ ਤੁਹਾਡੇ ਵਰਗੇ ਜਿਹੜੇ ਕਹਿੰਦੇ ਵੀ ਸੰਗਤ ਕਰਨੀ ਹੈ, ਕਿ ਸਤਿਗੁਰੂ ਮਹਾਰਾਜ ਆਪਣੀ ਸੰਗਤ ਬਖਸ਼ਿਸ਼ ਕਰ। ਸਾਹਿਬ ਕਹਿੰਦੇ ਕਈ ਕੋਟ ਮੰਗੇ ਸਤ ਸੰਗ, ਉਹ ਸਤ ਸੰਗ ਮੰਗਦੇ ਆ ਕਿ ਸਤਿਗੁਰੂ ਮਹਾਰਾਜ ਮੈਨੂੰ ਸਤ ਸੰਗ ਮਿਲ ਜਾਏ। ਕਿਉਂ ਮਿਲੇ? ਕਹਿੰਦੇ ਪਾਰ ਬ੍ਰਹਮ ਤਿੰਨ ਲਾਗਾ ਰੰਗ, ਸੰਗਤ ਵਿੱਚ ਹੀ ਪ੍ਰਮਾਤਮਾ ਦੇ ਨਾਲ ਪਿਆਰ ਜੀਵਨ ਦੇ ਵਿੱਚ ਬਣੇਗਾ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਜਿਨ੍ਹਾਂ ਦੇ ਉੱਪਰ ਆਪ ਕਿਰਪਾ ਕਰਦਾ ਹੈ, ਤਰੁੱਠਦਾ ਹੈ। ਨਾਨਕ ਤੇ ਜਨ ਸਦਾ ਧਨ ਧਨ, ਉਹ ਜੀਵ ਜਿਹੜੇ ਆ ਹਮੇਸ਼ਾ ਧਨ ਤਾਂ ਜੋਗ ਹਨ। ਕਈ ਕੋਟ ਖਾਣੀ ਅਰਖੰਡ, ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਤਾਂ ਜਿੱਦਾਂ ਇੱਕ ਮਨੌਤ ਬਣ ਗਈ ਕਿ ਚਾਰ ਖਾਣੀਆਂ, ਅੰਡਜ ਜੇਰਾ ਸੇਦਜ ਉਤ ਭਜ। ਗੁਰੂ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਵੀ ਆਖਿਆ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰਿੰਦ। ਇੱਥੇ ਕਹਿੰਦੇ ਕਰੋੜਾਂ ਹੀ ਆ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਉਹ ਸਭ ਕੁਝ ਕਿਉਂਕਿ ਉਹਦੇ ਹੱਥ ਦੇ ਵਿੱਚ ਹੈ। ਕਈ ਕੋਟ ਹੋਏ ਅਵਤਾਰ, ਇਹ ਨਹੀਂ ਕਿ 24 ਅਵਤਾਰੇ ਪੈਦਾ ਹੋਏ ਆ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਤਰੀਕਿਆਂ ਦੇ ਨਾਲ ਪਰਮਾਤਮਾ ਨੇ ਇਸ ਸੰਸਾਰ ਦਾ ਵਿਸਤਾਰ ਕੀਤਾ। ਕਈ ਵਾਰ ਪਸਰਿਓ ਪਾਸਾਰ, ਇੱਕ ਵਾਰੀ ਨਹੀਂ ਇਹ ਸੰਸਾਰ, ਉਹ ਇੱਕ ਵਾਰੀ ਬਿਲਕੁਲ ਸਫਾਈ ਕਰ ਦਿੰਦਾ, ਫਿਰ ਬਣਾ ਦਿੰਦਾ, ਫਿਰ ਸਫਾਈ ਕਰ ਦਿੰਦਾ। ਉਹਦੇ ਹੱਥ ਵਿੱਚ ਹੈ, ਉਹ ਪ੍ਰਮਾਤਮਾ ਦੇ ਹੱਥ ਵਿੱਚ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ, ਤੁਦੇ ਆਪੇ ਸਿਸ਼ਟ ਸਿਰਜੀਆ ਆਪੇ ਫੁੰਨ ਗੋਈ। ਕਈ ਵਾਰ ਪਸਰਿਓ ਪਸਾਰ, ਜਦੋਂ ਕੁਛ ਵੀ ਨਹੀਂ ਹੁੰਦਾ ਫਿਰ ਕੀ ਹੁੰਦਾ? ਕਹਿੰਦੇ ਸਦਾ ਸਦਾ ਇੱਕ ਓੰਕਾਰ, ਫਿਰ ਉਹ ਇੱਕ ਪਰਮਾਤਮਾ ਹੈ। ਕਈ ਕੋਟ ਕੀਨੇ ਬਹੁ ਭਾਂਤ, ਕਿੰਨੇ ਭਾਤੀਆਂ ਦੇ ਜੀਵ ਪੈਦਾ ਕੀਤੇ ਪ੍ਰਮਾਤਮਾ। ਪਰ ਗੁਰੂ ਸਾਹਿਬ ਕਹਿੰਦੇ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਪ੍ਰਭੂ ਤੋਂ ਪੈਦਾ ਹੋਏ ਤੇ ਪ੍ਰਭੂ ਦੇ ਵਿੱਚ ਹੀ ਲੀਨ ਹੋ ਜਾਂਦੇ। ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਂ ਕਾ ਅੰਤ ਨਾ ਜਾਣੇ ਕੋਏ, ਉਹਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ। ਆਪੇ ਆਪ ਨਾਨਕ ਪ੍ਰਭ ਸੋਏ, ਉਹ ਪ੍ਰਮਾਤਮਾ ਆਪਣੇ ਆਪ ਹੀ ਆਪ ਹੈ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਕਰੋੜਾਂ ਹੀ ਹਨ ਜਿਹੜੇ ਪ੍ਰਮਾਤਮਾ ਦੇ ਦਾਸ ਹਨ। ਤੇ ਜਿਹੜੇ ਦਾਸ ਬਣ ਜਾਂਦੇ ਹਨ, ਤਿੰਨ ਹੋਤਮ ਤਿੰਨ ਹੋਵਤ ਆਤਮ ਪ੍ਰਗਾਸ, ਉਹਨਾਂ ਦੇ ਅੰਦਰ ਪਰਮਾਤਮਾ ਆਤਮਕ ਚਾਨਣ ਕਰ ਦਿੰਦਾ ਹੈ, ਉਹਨਾਂ ਨੂੰ ਆਪਣੇ ਜੀਵਨ ਦੀ ਸੋਝੀ ਆ ਜਾਂਦੀ ਹੈ। ਕਈ ਕੋਟ ਤਤ ਕੇ ਬੇਤੇ, ਤਤ ਕਹਿੰਦੇ ਅਸਲੀਅਤ, ਅਸਲੀਅਤ ਪਰਮਾਤਮਾ ਅਕਾਲ ਪੁਰਖ। ਬੇਤੇ ਕਹਿੰਦੇ ਮਹਿਰਮ ਬਣ ਜਾਂਦੇ ਆ, ਉਹਨਾਂ ਦੇ ਮਹਿਰਮ ਬਣ ਜਾਂਦੇ ਆ ਕਿ ਪਰਮਾਤਮਾ ਕਿੱਦਾਂ ਦਾ ਹੈ, ਪਰਮਾਤਮਾ ਕਿੱਦਾਂ ਮਿਲੇਗਾ। ਕਈ ਕੋਟ ਤਤ ਕੇ ਬੇਤੇ, ਤੇ ਕੀ ਕਰਦੇ ਹਨ? ਸਦਾ ਨਿਹਾਰ ਹੈ ਏਕੋ ਨੇਤਰੇ, ਉਹ ਸਦਾ ਉਹਨੂੰ ਨਿਹਾਰਦੇ ਹਨ, ਦੇਖਦੇ ਹਨ। ਇੱਕੋ ਹੀ ਉਹਨਾਂ ਦੇ ਨੇਤਰਾਂ ਦੀ ਆਸ ਹੈ, ਉਹਨਾਂ ਦੇ ਅੰਦਰ ਪਿਆਸ ਹੈ ਕਿ ਪਰਮਾਤਮਾ ਨੂੰ ਨਿਹਾਰੀਏ, ਪਰਮਾਤਮਾ ਨੂੰ ਦੇਖੀਏ। ਸਦਾ ਨਿਹਾਰੇ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ, ਹਾਂ ਕਰੋੜਾਂ ਹੀ ਹਨ ਜਿਹੜੇ ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਆ। ਤੇ ਉਹਨਾਂ ਦੀ ਅਵਸਥਾ ਕੀ ਹੈ? ਕਹਿੰਦੇ ਅਮਰ ਭਏ ਸਦ ਸਦ ਹੀ ਜੀਵ ਹੈ, ਉਹ ਸਦਾ ਵਾਸਤੇ
ਅਮਰ ਹੋ ਜਾਂਦੇ ਹਨ। ਅੱਗੇ ਆਪਾਂ ਪੜਾਂਗੇ, ਅੰਮ੍ਰਿਤ ਪੀਵੇ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾਂ ਕੇ ਮਨ ਪ੍ਰਗਟੇ ਗੁਣਤਾ। ਕਈ ਕੋਟ ਨਾਮ ਗੁਣ ਗਾਵੈ, ਕਈ ਕਰੋੜਾਂ ਹੀ ਹਨ ਜਿਹੜੇ ਪ੍ਰਮਾਤਮਾ ਦੇ ਨਾਮ, ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ। ਤੇ ਕੀ ਪ੍ਰਾਪਤੀ ਹੁੰਦੀ ਹੈ? ਆਤਮ ਰਸ ਸੁਖ ਸਹਿਜ ਸਮਾਵੇ, ਉਹਨਾਂ ਦੇ ਅੰਦਰ ਆਤਮਕ ਰਸ ਪੈਦਾ ਹੁੰਦਾ ਹੈ। ਸੁਖ ਦੇ ਵਿੱਚ, ਸਹਿਜ ਦੇ ਵਿੱਚ, ਆਤਮਕ ਡੋਲਤਾ ਦੇ ਵਿੱਚ ਲੀਨ ਹੋ ਜਾਂਦੇ ਆ। ਆਪਣੇ ਜਨ ਕੋ ਸਾਥ ਸਾਥ ਸਮਾਰੇ, ਉਹ ਅਕਾਲ ਪੁਰਖ ਜਿਹੜਾ ਪਰਮੇਸ਼ਰ ਹੈ, ਆਪਣੇ ਸੇਵਕ ਨੂੰ ਸਵਾਸ ਸਵਾਸ ਸੰਭਾਲ ਉਹਦੀ ਕਰਦਾ ਹੈ। ਆਪਣੇ ਜਨ ਕੋ ਸਾਥ ਸਾਥ ਸਮਾਰੇ, ਆਪਾਂ ਪੜ੍ਹਦੇ ਨਾ, ਉਹਨੂੰ ਇਹ ਨਹੀਂ ਕਿ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਭੁੱਲ ਗਿਆ, ਉਹਨੂੰ ਯਾਦ ਹੈ। ਆਪਾਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ, ਚਿੱਤੇ ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਇਂਦਾ ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਇਂਦਾ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾ। ਕਿੱਡੀ ਵੱਡੀ ਸ੍ਰਿਸ਼ਟੀ ਹੈ, ਸਾਰੇ ਉਹਦੀ ਯਾਦ ਵਿੱਚ, ਚੇਤੇ ਅੰਦਰ ਸਭ ਕੋ ਵੇਖ ਨਦੀ, ਆਪਣੇ ਜਨ ਕੋ ਸਾਸ ਸਾਸ ਸਮਾਰੇ। ਉਹ ਪ੍ਰਮਾਤਮਾ ਕਿਰਪਾ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਉਹਨਾਂ ਦਾ ਵਿਸ਼ਵਾਸ ਹੈ, ਭਾਈ ਗੁਰਦਾਸ ਸਾਹਿਬ ਜੀ ਦਾ, ਉਹਨਾਂ ਦਾ ਭਰੋਸਾ ਹੈ। ਕਹਿਣ ਲੱਗੇ, ਗੁਰਸਿੱਖ ਜਦੋਂ ਤੂੰ ਘਰੋਂ ਚੱਲਦਾ ਹੈ ਨਾ, ਭਾਈ ਗੁਰਦਾਸ ਕਹਿ ਰਹੇ ਕਿ ਮੇਰਾ ਵਿਸ਼ਵਾਸ ਹੈ ਕਿ ਗੁਰੂ ਤੇਰੇ ਘਰ ਦੇ ਬਾਹਰ ਖੜਾ ਹੈ। ਜਦੋਂ ਤੂੰ ਘਰੋਂ ਗੁਰੂ ਦੇ ਘਰ ਲਈ ਚੱਲਦਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ। ਭਾਈ ਲਹਿਣਾ ਜੀ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਗਏ ਤੇ ਦੁਪਹਿਰ ਦਾ ਵਕਤ ਸੀ, ਗੁਰੂ ਸਾਹਿਬ ਜੀ ਖੇਤਾਂ ਵਿੱਚ ਕੰਮ ਕਰ ਰਹੇ, ਤੇ ਜਿਹੜੇ ਨਾਲ ਕੰਮ ਕਰ ਰਹੇ ਸਨ ਉਹਨਾਂ ਨੂੰ ਆਖਿਆ ਕਿ ਮੈਂ ਹੁਣ ਘਰ ਜਾ ਰਿਹਾ, ਕੋਈ ਆ ਰਿਹਾ ਹੈ। ਹੁਣ ਸਤਿਗੁਰੂ ਤਾਂ ਅੰਤਰਜਾਮੀ ਹੈ। ਸਤਿਗੁਰੂ ਮਹਾਰਾਜ ਦੇ ਕੱਪੜੇ ਜਿਹੜੇ ਆ ਉਹ ਵੀ ਕੰਮ ਕਰਕੇ ਮਿੱਟੀ ਦੇ ਨਾਲ ਭਰੇ ਹੋਏ ਆ, ਦਸਤਾਰ ਵੀ ਭਰੀ ਹੋਈ ਹੈ। ਆ ਕੇ ਗੁਰੂ ਸਾਹਿਬ ਜੀ ਰਸਤੇ ਦੇ ਉੱਪਰ ਖੜੇ ਹੋ ਗਏ। ਉਧਰੋਂ ਇੱਕ ਨੌਜਵਾਨ ਘੋੜੀ ਤੇ ਚੜ੍ਹ ਕੇ ਆਇਆ ਤੇ ਆ ਕੇ ਪੁੱਛਦਾ ਹੈ, ਬਾਬਾ ਜੀ ਤੁਹਾਨੂੰ ਗੁਰੂ ਨਾਨਕ ਦਾ ਘਰ ਦਾ ਪਤਾ ਹੈ? ਕਹਿਣ ਲੱਗੇ, ਹਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਮੈਨੂੰ ਦੱਸ ਦਿਓਗੇ ਰਸਤਾ? ਕਹਿਣ ਲੱਗੇ, ਨਹੀਂ ਮੈਂ ਦੱਸਦਾ ਨਹੀਂ, ਮੈਂ ਤੈਨੂੰ ਛੱਡ ਹੀ ਆਉਣਾ ਹੈ। ਘੋੜੇ ਦੀ ਲਗਾਮ ਫੜ ਲਈ, ਗੁਰੂ ਨਾਨਕ ਦੇ ਘਰ ਦੀਆਂ ਗੱਲਾਂ ਸੁਣਾ ਰਿਹਾ ਤੇ ਬੜੀ ਠੰਡ ਪੈ ਰਹੀ ਲਹਿਣੇ ਦੇ ਅੰਦਰ। ਧਰਮਸ਼ਾਲ ਪਹੁੰਚ ਗਏ, ਕਹਿੰਦੇ ਇੱਥੇ ਘੋੜੀ ਬੰਨ੍ਹ ਦੇ। ਘੋੜੀ ਬੰਨ੍ਹ ਦਿੱਤੀ, ਹੱਥ ਮੂੰਹ ਧੋ ਕੇ ਅੰਦਰ ਆ ਜਾ। ਜਦੋਂ ਅੰਦਰ ਗਿਆ ਤੇ ਉੱਥੇ ਸਾਹਿਬ ਜੀ ਬੈਠੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਬੈਠੇ। ਬੜਾ ਪਛਤਾਇਆ, ਬਹੁਤ ਪਛਤਾਇਆ। ਕਹਿਣ ਲੱਗਾ, ਸਤਿਗੁਰੂ ਜੀ ਪਹਿਲੀ ਵਾਰੀ ਆਇਆ ਤੇ ਐਡਾ ਭਾਪ ਚੜ੍ਹ ਗਿਆ ਮੇਰੇ ਸਿਰ ਤੇ। ਮੇਰੀ 28 ਸਾਲ ਦੀ ਉਮਰ, ਤੁਹਾਡੀ 63 ਸਾਲ ਦੀ ਗੁਰੂ ਸਾਹਿਬ ਦੀ ਉਮਰ ਸੀ ਉਸ ਵੇਲੇ। ਐਡਾ ਵੱਡਾ ਪਾਪ ਗੁਰੂ ਸਾਹਿਬ ਮਹਾਰਾਜ ਮੇਰੇ ਕੋਲ ਹੋ ਗਿਆ। ਕਹਿਣ ਲੱਗੇ, ਛੱਡ ਇਹਨਾਂ ਗੱਲਾਂ ਨੂੰ, ਛੱਡ ਦੇ। ਤੂੰ ਮੈਨੂੰ ਘੋੜੇ ਦੀਆਂ ਲਗਾਮਾਂ ਫੜਾਈਆਂ ਨਾ, ਤੂੰ ਘੋੜੇ ਦੀਆਂ ਲਗਾਮਾਂ ਫੜਾਈਆਂ ਤੇ ਧਰਮਸ਼ਾਲ ਪਹੁੰਚ ਗਿਆ। ਮਨ ਦੀਆਂ ਲਗਾਮਾਂ ਫੜਾ ਦੇਗਾ ਤਾਂ ਪਰਮਾਤਮਾ ਤੱਕ ਪਹੁੰਚ ਜਾਏਗਾ। ਹਾਂ, ਇੱਥੇ ਉਹੀ ਪਹੁੰਚਦਾ ਹੈ ਜਿਹਨੂੰ ਮੈਂ ਲੈ ਕੇ ਆਉਣਾ, ਇੱਥੇ ਹੋਰ ਦੂਸਰਾ ਨਹੀਂ ਪਹੁੰਚ ਸਕਦਾ। ਇੱਥੋਂ ਸਾਨੂੰ ਇੱਕ ਸਬਕ ਮਿਲਦਾ ਹੈ, ਇਹ ਸਾਖੀ ਤੋਂ ਸੰਗਤ ਉਹੀ ਕਰ ਸਕਦਾ ਹੈ ਜਿਹਨੂੰ ਗੁਰੂ ਕਰਾਉਂਦਾ ਹੈ। ਨਹੀਂ ਤਾਂ ਦੁਨੀਆ ਵਿੱਚ ਬਹੁਤ ਲੋਕ ਤਰਲੇ ਕਰਦੇ ਆ। ਉਹਨੇ ਪੜ੍ਹਿਆ ਨਾ, ਕਈ ਕੋਟ ਮੰਗੈ ਸਤ ਸੰਗ, ਮੰਗਦੇ ਆ ਪਰ ਅੰਦਰ ਭਾਵਨਾ ਨਹੀਂ ਉਸੀ ਬਣਦੀ, ਉਹਦੀ ਕਿਰਪਾ ਨਹੀਂ ਬਣਦੀ। ਉਹਦੀ ਕਿਰਪਾ, ਉਹਦੀ ਅਕਾਲ ਪੁਰਖ ਪਰਮੇਸ਼ਰ ਰਹਿਮਤ ਕਰਦਾ ਹੈ, ਉਹਨੂੰ ਆਪਣੇ ਸੇਵਕ ਦਾ ਪਤਾ ਹੈ। ਇੱਕ ਛੋਟੀ ਜਿਹੀ ਸਾਖੀ ਹੋਰ ਆਪ ਜੀ ਦੇ ਨਾਲ ਸਾਂਝੀ ਕਰਾਂ। ਸਸਰਾਮ ਦੇ ਵਿੱਚ 9ਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਗਏ। ਉੱਥੇ ਗੁਰੂ ਘਰ ਦਾ ਮਸੰਦ ਸੀ ਜਿਹਦਾ ਨਾਮ ਇਤਿਹਾਸ ਵਿੱਚ ਚਾਚਾ ਫੱਗੂ ਕਰਕੇ ਆਇਆ। ਉਹਦੇ ਘਰ ਪਹੁੰਚਦੇ ਆ ਗੁਰੂ ਸਾਹਿਬ ਮਹਾਰਾਜ, ਬੜਾ ਪਿਆਰ ਕਰਦਾ ਹੈ। ਤੇ ਜਿੱਦਾਂ ਗੁਰਸਿੱਖ ਭੇਟਾ ਇਕੱਠੀ ਕਰ ਲੈਂਦੇ ਸੀ ਤੇ ਮਸੰਦ ਨੂੰ ਦੇ ਦਿੰਦੇ ਸੀ। ਮਸੰਦਾਂ ਦਾ ਕੰਮ ਹੁੰਦਾ ਸੀ ਜਾ ਕੇ ਗੁਰੂ ਸਾਹਿਬ ਨੂੰ ਦੇਣੀ। ਤੇ ਉੱਥੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਹੁੰਦੀਆਂ ਸੀ।
ਤੇ ਅਰਦਾਸਾਂ ਹੋ ਰਹੀਆਂ, ਗੁਰੂ ਸਾਹਿਬ ਜੀ ਆ ਫਲਾਣੇ ਸਿੱਖ ਨੇ ਭੇਟਾ ਕੀਤੀ, ਆ ਫਲਾਣੇ ਸਿੱਖ ਨੇ ਭੇਟਾ ਕੀਤੀ, ਸਾਰਿਆਂ ਦੀਆਂ ਅਰਦਾਸਾਂ ਹੋ ਗਈਆਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਚਾ ਫੱਗੂ ਨੂੰ ਪੁੱਛਦੇ ਆ, ਕਹਿਣ ਲੱਗੇ ਕੁਛ ਰਹਿ ਤਾਂ ਨਹੀਂ ਗਿਆ, ਸਾਰਿਆਂ ਦੀ ਭੇਟਾ ਆ ਗਈ? ਕਹਿਣ ਲੱਗਾ ਹਾਂਜੀ ਸਾਰਿਆਂ ਦੀ ਆ ਗਈ। ਫਿਰ ਦੂਸਰੀ ਵਾਰੀ ਪੁੱਛਿਆ, ਉਹਨੂੰ ਥੋੜਾ ਲੱਗਾ ਵੀ ਗੁਰੂ ਸਾਹਿਬ ਤਾਂ ਜਾਣ ਹੀ ਜਾਣਾ। ਕਹਿਣ ਲੱਗੇ ਦੱਸ ਭਾਈ ਸਾਰਿਆਂ ਦੀ ਭੇਟਾ ਆ ਗਈ? ਕਹਿਣ ਲੱਗੇ ਜੀ ਹਾਂ ਗਈ। ਫਿਰ ਤੀਸਰੀ ਵਾਰੀ ਗੁਰੂ ਸਾਹਿਬ ਨੇ ਜਦੋਂ ਪੁੱਛਿਆ, ਥੋੜਾ ਇਹਨਾਂ ਨੂੰ ਗੁੱਸਾ ਵੀ ਲੱਗਾ ਉਸ ਨੂੰ, ਪਰ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਕੁਛ ਲੁਕੋਇਆ ਨਹੀਂ ਅੱਜ ਤੱਕ ਤੁਹਾਡੇ ਤੋਂ, ਹਾਂ ਜੇ ਮੈਂ ਭੁੱਲ ਰਿਹਾ ਹਾਂ ਤੇ ਗੁਰੂ ਸਾਹਿਬ ਮਹਾਰਾਜ ਤੁਸੀਂ ਯਾਦ ਕਰਾ ਦਿਓ। ਕਹਿੰਦੇ ਆ ਜਿਹੜੀ ਬੇਰੀ ਲੱਗੀ ਹੈ, ਹਾਂ ਕਹਿਣ ਲੱਗਾ ਸਤਿਗੁਰੂ ਮਹਾਰਾਜ। ਕਹਿਣ ਲੱਗੇ ਫਿਰ ਦੱਸ ਦੇ ਸੰਗਤ ਨੂੰ ਇਹ ਕਿੱਥੋਂ ਆਈ ਹੈ? ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਘਰ ਘਰ ਜਾ ਕੇ ਗੁਰੂ ਘਰ ਵਾਸਤੇ ਦਸਵੰਧ ਜਾਂ ਕੋਈ ਵੀ ਜੋ ਰਾਸ਼ਨ ਪਾਣੀ ਅਨਾਜ ਕੁਛ ਵੀ ਸੰਗਤ ਦਿੰਦੀ ਹੈ ਮੈਂ ਇਕੱਠਾ ਕਰਦਾ ਸੀ। ਇੱਕ ਦਿਨ ਗਿਆ ਤੇ ਇੱਕ ਬੀਬੀ ਘਰ ਦੇ ਵਿੱਚ ਝਾੜੂ ਲਾ ਰਹੀ ਸੀ ਤੇ ਮੈਂ ਆਵਾਜ਼ ਦਿੱਤੀ ਸਤਿਨਾਮ ਵਾਹਿਗੁਰੂ ਕਿਹਾ। ਉਹ ਕਹਿਣ ਲੱਗੀ ਥੋੜੀ ਦੇਰ ਬਾਅਦ ਆ ਜਿਓ, ਸਫਾਈ ਕਰ ਰਹੀ ਹੈ। ਉਹ ਕਹਿਣ ਲੱਗਾ ਮੈਂ ਥੋੜੀ ਦੇਰ ਬਾਅਦ ਫਿਰ ਚਲਾ ਗਿਆ। ਉਹ ਹਲੇ ਸਫਾਈ ਕਰਦੀ ਪਈ ਸੀ ਤੇ ਆਖਿਆ ਬੀਬੀ ਗੁਰੂ ਘਰ ਵਾਸਤੇ ਕੁਛ ਵੀ ਦੇ ਦਿਓ। ਉਹਨੂੰ ਗੁੱਸਾ ਆ ਗਿਆ, ਪਤਾ ਨਹੀਂ ਕਾਹਦੀ ਕਿਸ ਗੱਲ ਦਾ ਗੁੱਸਾ ਸੀ। ਉਹਨੇ ਕੂੜਾ ਹੀ ਮੇਰੇ ਝੋਲੀ 'ਚ ਪਾਤਾ, ਮੈਂ ਤਾਂ ਲੈ ਕੇ ਆ ਗਿਆ ਕੂੜਾ। ਇੱਥੇ ਲਿਆ ਕੇ ਮਿੱਟੀ ਸਾਰੀ ਸਿੱਟ ਦਿੱਤੀ, ਵਿੱਚੋਂ ਗਿਟਕ ਨਿਕਲੀ। ਇੱਥੇ ਬੈਠੇ ਬੈਠੇ ਮਿੱਟੀ ਦੇ ਵਿੱਚ ਗਿਟਕ ਜਿਹੜੀ ਸੀ ਉਹ ਮੈਂ ਦੱਬ ਦਿੱਤੀ। ਉਹ ਥੋੜਾ ਥੋੜਾ ਪੌਦਾ ਬਣਿਆ, ਦਰਖਤ ਬਣ ਗਿਆ, ਬੱਚੇ ਅੱਜ ਬੇਰ ਖਾ ਰਹੇ ਆ। ਸੰਗਤ ਨੂੰ ਦੱਸਦਾ ਉਹ ਸਾਨੂੰ ਕਿੰਨਾ ਅੰਦਰ ਜੀਵਨ ਦੇ ਵਿੱਚ। ਮੈਂ ਸਾਖੀ ਕਈ ਵੇਲੇ ਆਪਾਂ ਪੜ੍ਹੀ ਹੈ, ਜੇ ਗੁਰੂ ਸਾਡੀ ਗਿਟਕ ਨਹੀਂ ਭੁੱਲਦਾ ਨਾ ਤੇ ਸਿੱਖ ਨੂੰ ਕਿੱਦਾਂ ਭੁੱਲ ਜਾਏਗਾ? ਜੇ ਸਿੱਖ ਦੀ ਦਿੱਤੀ ਹੋਈ ਗਿਟਕ ਨਹੀਂ ਭੁੱਲਦਾ ਤੇ ਉਹ ਗੁਰੂ ਸਿੱਖ ਨੂੰ ਕਿੱਦਾਂ ਭੁੱਲ ਜਾਏਗਾ? ਤੇ ਗੁਰੂ ਸਾਹਿਬ ਕਹ ਰਹੇ ਆਪਣੇ ਜਨ ਕੋ ਸਾਸ ਸਾਸ ਸਮਾਰੇ। ਲੋ ਜੀ ਰੱਬ ਤਾਂ ਸਾਨੂੰ ਭੁੱਲੇ ਗਿਆ, ਰੱਬ ਤਾਂ ਸਾਡੇ ਵੱਲ ਨਜ਼ਰ ਹੀ ਨਹੀਂ ਕਰਦਾ। ਨਹੀਂ ਭਾਈ ਉਹ ਤਾਂ ਦੇਖ ਰਿਹਾ। ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਉਹ ਪਰਮੇਸ਼ਰ ਕੇ ਪਿਆਰੇ। ਉਹ ਸਾਰੇ ਪਰਮੇਸ਼ਰ ਅਕਾਲ ਪੁਰਖ ਦੇ ਪਿਆਰੇ ਆ। ਕੌਣ? ਜਿਹੜੇ ਉਹਦੀ ਉਸਤਤ ਕਰਦੇ। ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ। ਤੇ ਕਿਉਂਕਿ ਸਾਡਾ ਜਿਹੜਾ ਧਰਮ ਹੈ ਉਸਤਤ ਦਾ ਧਰਮ ਹੈ। ਕਿਹਦੀ ਉਸਤਤ ਕਰਨੀ ਹੈ? ਆਦ ਜਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾਂ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।